ਸੋਰਠ ਮਹਲਾ ਪੰਜਵਾ। ਹਮਰੀ ਬਣਤ ਨਗਰੀਆਂ ਕਾਇ ਆਪਣਾ ਬਿਰਦ ਪਛਾਣਾ। ਹਾਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗਵਾਣਾ। ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਨੇ ਇਹ ਸਾਖੀ ਜ਼ਰੂਰ ਸੁਣੀ ਹੋਵੇਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘੋੜਾ ਤੰਬਾਕੂ ਦੇ ਖੇਤ ਵਿੱਚ ਨਹੀਂ ਸੀ ਵੜਿਆ। ਇਸ ਸਾਖੀ ਨਾਲ ਸੰਬੰਧਿਤ ਗੁਰਦੁਆਰਾ ਅੜੀਸਰ ਸਾਹਿਬ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਗ ਦੀ ਸਾਂਝੀ ਹੱਦ ਤੇ ਬਣਿਆ ਹੋਇਆ ਹੈ। ਨਾਮ ਸਦਾ ਨਾਮ ਸਦਾ ਸੁਖਦਾਈ ਹਰ ਕੋ। ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ। ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ। ਨਾਮ ਸਦਾ ਸੁਖਦਾਈ। ਇਹ ਗੁਰੂ ਘਰ ਅੱਜ ਤੋਂ ਕੋਈ 100 ਸਾਲ ਪਹਿਲਾਂ ਬਣਾਇਆ ਗਿਆ ਹੈ। ਇਸ ਡਾਕੂਮੈਂਟਰੀ ਵਿੱਚ ਇਸ ਗੁਰੂ ਘਰ ਦੀ ਸਥਾਪਤੀ, ਇਤਿਹਾਸ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਨਾਮ ਸਦਾ ਇਸ ਗੁਰੂ ਘਰ ਦੇ ਇਤਿਹਾਸ ਦਾ ਮੁੱਖ ਸੋਮਾ ਕਵੀ ਸੰਤੋਖ ਸਿੰਘ ਚੂੜਾਮਣੀ ਵਾਲਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਜਿਸ ਵਿੱਚ ਸਿਰਫ 6 ਲਾਈਨਾਂ ਇਸ ਤਰ੍ਹਾਂ ਆਉਂਦੀਆਂ ਨੇ। ਧੌਲਾ ਗ੍ਰਾਮ ਕੋਸ ਜੂਗ ਲਹਿਓ, ਤਹਾਂ ਤਰੰਗ ਅੜੀ ਕਰ ਰਹਿਓ। ਹਨਹਿ ਰਕਾਬਨ ਕਮਚੀ ਮਾਰੈ, ਤਉ ਨ ਪਾਏ ਅਗਾਰੀ ਡਾਰੈ। ਗੁਰੂ ਕਹਿਓ ਇਹ ਤੁਰਕਨ ਬੰਦੇ, ਪ੍ਰਭ ਗੁਰ ਕੋ ਨਾ ਲਖੈ ਮਤ ਮੰਦੇ। ਨਾਮ ਸਦਾ ਬਾਕੀ ਸਭ ਗ੍ਰੰਥਾਂ ਅਤੇ ਕਿਤਾਬਾਂ ਵਿੱਚ ਇਹਨਾਂ ਲਾਈਨਾਂ ਨੂੰ ਹੀ ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਇਹ ਲਾਈਨਾਂ ਕਿਸੇ ਵੀ ਤਰ੍ਹਾਂ ਸਿੱਖ ਰਹੁ ਰੀਤਾਂ ਅਤੇ ਸਿੱਖ ਫਿਲਾਸਫੀ ਦੀ ਤਰਜਮਾਨੀ ਨਹੀਂ ਕਰਦੀਆਂ। ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਹੰਡਿਆਇਆ ਤੋਂ ਚੱਲੇ ਤਾਂ ਇਹਨਾਂ ਲਾਈਨਾਂ ਅਨੁਸਾਰ ਧੌਲਾ ਪਿੰਡ 2 ਕੋਹ ਦੂਰ ਰਹਿ ਗਿਆ ਸੀ। ਇੱਥੇ ਆ ਕੇ ਗੁਰੂ ਜੀ ਦਾ ਘੋੜਾ ਅੜੀ ਪੈ ਗਿਆ। ਗੁਰੂ ਜੀ ਨੇ ਘੋੜੇ ਨੂੰ ਰਕਾਬਾਂ ਅਤੇ ਕਮਚੀਆਂ ਲਾਈਆਂ, ਪਰ ਘੋੜੇ ਨੇ ਅੱਗੇ ਪੈਰ ਨਾ ਪੁੱਟਿਆ। ਗੁਰੂ ਜੀ ਨੇ ਆਖਿਆ ਕਿ ਇੱਧਰ ਤੁਰਕ ਲੋਕ ਵਸਦੇ ਨੇ ਜਿਹੜੇ ਮੰਦੀ ਮੱਤ ਵਾਲੇ ਗੁਰੂ ਦਾ ਸਿਮਰਨ ਨਹੀਂ ਕਰਦੇ। ਨਾਮ ਸਦਾ ਸੁਖਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਘੋੜਾ ਗੁਰੂ ਜੀ ਤੋਂ ਆਕੀ ਸੀ? ਗੁਰੂ ਜੀ ਤਾਂ ਧੌਲੇ ਪਿੰਡ ਆਉਣਾ ਚਾਹੁੰਦੇ ਸਨ, ਪਰ ਘੋੜੇ ਨੂੰ ਗੁਰੂ ਜੀ ਤੋਂ ਵੱਧ ਸਮਝ ਸੀ ਕਿ ਇੱਧਰ ਨਹੀਂ ਜਾਣਾ। ਅਗਲਾ ਸਵਾਲ ਹੈ ਕਿ ਕੀ ਗੁਰੂ ਜੀ ਤੁਰਕਾਂ ਨੂੰ ਇੰਨੀ ਨਫ਼ਰਤ ਕਰਦੇ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਮੰਦੀ ਮੱਤ ਵਾਲੇ ਵੀ ਆਖ ਦਿੱਤਾ? ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਹਨਾਂ ਲਾਈਨਾਂ ਵਿੱਚ ਕਿਤੇ ਵੀ ਤੰਬਾਕੂ ਬੀਜਣ ਦਾ ਜ਼ਿਕਰ ਨਹੀਂ ਅਤੇ ਨਾ ਹੀ ਕਿਤੇ ਇਤਿਹਾਸ ਵਿੱਚ ਪੰਜਾਬ ਦੀ ਧਰਤੀ 'ਤੇ ਤੰਬਾਕੂ ਦੀ ਖੇਤੀ ਕੀਤੇ ਜਾਣ ਦਾ ਜ਼ਿਕਰ ਮਿਲਦਾ ਹੈ। ਕੀ ਸਿਰਫ ਧੌਲਾ ਪਿੰਡ ਦੀ ਧਰਤੀ 'ਤੇ ਹੀ ਤੰਬਾਕੂ ਬੀਜਿਆ ਜਾਂਦਾ ਸੀ? ਸਵਾਲ ਇਹ ਵੀ ਹੈ ਕਿ ਗੁਰਦੁਆਰਾ ਅੜੀਸਰ ਸਾਹਿਬ ਤੋਂ ਸਿਰਫ 3 ਕਿਲੋਮੀਟਰ ਦੂਰ ਪਿੰਡ ਧੌਲਾ ਦੀ ਧਰਤੀ 'ਤੇ ਹੀ ਗੁਰਦੁਆਰਾ ਸੋਹੀਆਣਾ ਸਾਹਿਬ ਬਣਿਆ ਹੋਇਆ ਹੈ। ਇਹੀ ਘੋੜਾ ਫਿਰ ਧੌਲੇ ਦੀ ਧਰਤੀ ਵਿੱਚ ਕਿਵੇਂ ਪ੍ਰਵੇਸ਼ ਕਰ ਗਿਆ? ਇਸ ਗੁਰੂ ਘਰ ਦੇ ਇਤਿਹਾਸ ਦਾ ਅਗਲਾ ਹਵਾਲਾ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਮਿਲਦਾ ਹੈ। ਇਸ ਦੇ ਸੰਪਾਦਕ ਪ੍ਰੋਫੈਸਰ ਹਰਬੰਸ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇ। ਇਸ ਲਿਖਤ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ।
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਧੌਲਾ, ਜੋ ਬਰਨਾਲੇ ਦੇ ਦੱਖਣ ਪੱਛਮ ਵਿੱਚ 11 ਕਿਲੋਮੀਟਰ ਦੂਰ ਹੈ, ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 2 ਇਤਿਹਾਸਕ ਸਥਾਨ ਨੇ। ਪਰੰਪਰਾ ਅਨੁਸਾਰ ਹੰਡਿਆਏ ਤੋਂ ਗੁਰੂ ਜੀ ਘੋੜੇ ਤੇ ਜਾ ਰਹੇ ਸਨ ਤਾਂ ਜਦੋਂ ਧੌਲੇ ਦੀ ਜੂਹ ਵਿੱਚ ਵੜਨ ਲੱਗੇ ਤਾਂ ਅਚਨਚੇਤ ਹੀ ਘੋੜਾ ਉੱਥੇ ਰੁਕ ਗਿਆ ਅਤੇ ਸਾਰੇ ਯਤਨਾਂ ਦੇ ਬਾਵਜੂਦ ਘੋੜਾ ਅੱਗੇ ਨਾ ਤੁਰਿਆ। ਗੁਰੂ ਜੀ ਨੇ ਸਿੱਖ ਸੇਵਕਾਂ ਨੂੰ ਕਿਹਾ ਕਿ ਧੌਲੇ ਦੇ ਢਾਲੀਵਾਲ ਹਾਲੇ ਆਪਾਂ ਨੂੰ ਪਿੰਡ ਵਿੱਚ ਸੱਦ ਕੇ ਰਾਜੀ ਨਹੀਂ, ਸਮਾਂ ਪਾ ਕੇ ਸਭ ਠੀਕ ਹੋ ਜਾਵੇਗਾ। ਇੰਨਾ ਕਹਿ ਕੇ ਉਹਨਾਂ ਨੇ ਘੋੜੇ ਨੂੰ ਲਹਿੰਦੇ ਵੱਲ ਨੂੰ ਸੋਹੀਆਣੀ ਦੀ ਢਾਬ ਵੱਲ ਮੋੜ ਲਿਆ ਅਤੇ ਉੱਥੇ ਪਹੁੰਚ ਕੇ ਇਸ਼ਨਾਨ ਕੀਤਾ। ਧੌਲੀ ਤੋਂ ਉੱਤਰ ਵਾਲੇ ਪਾਸੇ 2 ਕਿਲੋਮੀਟਰ ਕੱਚਾ ਰਸਤਾ ਤੇ ਅੜੀਸਰ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਦਾ ਘੋੜਾ ਅਟਕ ਗਿਆ ਸੀ ਅਤੇ ਅਗਾਂਹ ਨਹੀਂ ਗਿਆ ਸੀ। ਇੱਥੇ 15x15 ਵਰਗਾਕਾਰ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਗ੍ਰੰਥੀ ਵਾਸਤੇ ਰਿਹਾਇਸ਼ੀ ਮਕਾਨ ਅਲੱਗ ਹੈ। ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਆ। ਇਸ ਦਾ ਸੰਚਾਲਨ ਮੈਨੇਜਰ ਗੁਰਦੁਆਰਾ ਗੁਰੂਸਰ ਪੱਕਾ ਹੰਡਿਆਇਆ ਵੱਲੋਂ ਕੀਤਾ ਜਾਂਦਾ ਹੈ। ਹਰੇਕ ਪੂਰਨਮਾਸ਼ੀ ਨੂੰ ਇੱਥੇ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਨੇ। ਨਾਮ ਸਦਾ ਸੁਖਦਾਈ। ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਦੀ ਇਹ ਲਿਖਤ ਵੀ ਥੋੜੇ ਮੋਟੇ ਫਰਕ ਨਾਲ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਹੀ ਅੰਗਰੇਜ਼ੀ ਤਰਜਮਾ ਹੈ। ਹਰਬੰਸ ਸਿੰਘ ਨੇ ਆਪਣੇ ਸਮੇਂ ਦੀ ਸਥਿਤੀ ਨੂੰ ਵੀ ਲਿਖਤ ਵਿੱਚ ਸ਼ਾਮਲ ਕਰ ਲਿਆ ਹੈ। ਹੋਰ ਵੀ ਕਈ ਨਵੀਆਂ ਪੁਰਾਣੀਆਂ ਲਿਖਤਾਂ ਵਿੱਚ ਅੜੀਸਰ ਸਾਹਿਬ ਦਾ ਪ੍ਰਸੰਗ ਹੈ, ਪਰ ਸਭ ਦਾ ਮੂਲ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਹੈ। ਇਸ ਗ੍ਰੰਥ ਵਿੱਚ ਇਤਿਹਾਸ ਨਾਲੋਂ ਮਿਥਿਹਾਸ ਭਾਰੂ ਹੈ। ਸੈਂਕੜੇ ਪ੍ਰਸੰਗ ਅਜਿਹੇ ਨੇ ਜਿਹੜੇ ਸਿੱਖ ਫਿਲਾਸਫੀ ਦੇ ਐਨ ਉਲਟ ਨੇ। ਅਜਿਹੇ ਪ੍ਰਸੰਗਾਂ ਵਿੱਚੋਂ ਇੱਕ ਪ੍ਰਸੰਗ ਪਿੰਡ ਧੌਲਾ ਤੋਂ ਥੋੜ੍ਹੀ ਦੂਰ ਦਾ ਪ੍ਰਸੰਗ ਵੀ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਵੱਲੋਂ ਕਾਲੇ ਥਣਾਂ ਵਾਲੀਆਂ ਕਪੜਾ ਗਊਆਂ ਬ੍ਰਾਹਮਣਾਂ ਨੂੰ ਦਾਨ ਕਰਨ ਦਾ ਜ਼ਿਕਰ ਹੈ, ਜਦਕਿ ਸਿੱਖ ਰਹੁ ਰੀਤਾਂ ਅਜਿਹੇ ਦਾਨ ਪੁੰਨ ਨੂੰ ਮਾਨਤਾ ਨਹੀਂ ਦਿੰਦੀਆਂ। ਨਾਮ ਸਦਾ ਸੁਖਦਾਈ ਹਰਿ ਕੋ ਨਾ। ਗੁਰਪ੍ਰਤਾਪ ਸੂਰਜ ਗ੍ਰੰਥ ਇਹ ਮਹਾਂਕਵੀ ਸੰਤੋਖ ਸਿੰਘ ਨੇ 1836 ਈਸਵੀ ਵਿੱਚ ਹਰਿਆਣਾ ਪ੍ਰਾਂਤ ਦੇ ਕੈਥਲ ਨਗਰ ਅੰਦਰ ਸ਼ੁਰੂ ਕਰਕੇ 7 ਸਾਲ ਦੀ ਲਗਾਤਾਰ ਸਾਧਨਾ ਤੋਂ ਬਾਅਦ 1843 ਵਿੱਚ ਪੂਰਾ ਕੀਤਾ। ਇਸ ਗ੍ਰੰਥ ਦੇ ਨਾਂ ਅਨੁਸਾਰ ਇਹ ਗੁਰੂ ਸਾਹਿਬਾਨ ਦੇ ਪ੍ਰਤਾਪ ਦਾ ਸੂਰਜ ਹੈ। ਇਸ ਲਈ ਗ੍ਰੰਥ ਦੇ ਸਾਰੇ ਕਥਾਨਕ ਨੂੰ ਸੂਰਜ ਦੀ ਗਤੀ ਅਨੁਸਾਰ 12 ਰਾਸਾਂ ਭਾਵ 12 ਜੋਤਿਸ਼ ਚੱਕਰ, 6 ਰੁੱਤਾਂ ਅਤੇ 2 ਐਨਾਂ ਸੂਰਜ ਦੀ ਉੱਤਰ ਅਤੇ ਦੱਖਣ ਵੱਲ 6-6 ਮਹੀਨਿਆਂ ਦੀ ਸਥਿਤੀ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਇਸ ਗ੍ਰੰਥ ਵਿੱਚ ਕੁੱਲ 20 ਅਧਿਆਇ ਨੇ। ਇਹਨਾਂ ਅਧਿਆਵਾਂ ਨੂੰ ਅੱਗੋਂ 1151 ਅੰਸ਼ੂਆਂ ਭਾਵ ਕਿਰਨਾਂ ਵਿੱਚ ਵੰਡਿਆ ਹੋਇਆ ਹੈ। ਨਾਮ ਸਦਾ ਸੁਖਦਾਈ। ਫਿਰ ਇਸ ਗ੍ਰੰਥ ਵਿੱਚ ਅਜਿਹੇ ਵਿਪਰਨ ਦੀਆਂ ਰੀਤਾਂ ਦੇ ਪ੍ਰਸੰਗ ਕਿਵੇਂ ਆ ਗਏ, ਇਸ ਦਾ ਵਰਣਨ ਸ੍ਰੀ ਦਸਮੇਸ਼ ਪ੍ਰਕਾਸ਼ ਗ੍ਰੰਥ ਵਿੱਚ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਨੇ ਕੀਤਾ ਹੈ। ਕਰਤਾਰ ਸਿੰਘ ਕਲਾਸਵਾਲੀਆ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਰਹੇ ਨੇ। ਇਹਨਾਂ ਨੇ ਅਨੇਕਾਂ ਗ੍ਰੰਥ ਲਿਖੇ। ਸ੍ਰੀ ਦਸਮੇਸ਼ ਪ੍ਰਕਾਸ਼ ਗ੍ਰੰਥ ਵਿੱਚ ਪੰਨਾ 206 ਅਤੇ 207 ਤੇ ਗਿਆਨੀ ਜੀ ਲਿਖਦੇ ਨੇ ਕਿ ਇਸ ਗ੍ਰੰਥ ਵਿੱਚ ਜੋ ਕੁਝ ਗੁਰਮਤਿ ਦੇ ਉਲਟ ਲਿਖਿਆ ਹੋਇਆ ਹੈ ਉਹ ਗੁਰਮਤਿ ਵਿਰੋਧੀਆਂ ਵੱਲੋਂ ਰਲਾ ਪਾਇਆ ਗਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਹਰਿਆਣੇ ਦੇ ਕੈਂਥਲ ਵਿੱਚ ਰਹਿ ਕੇ ਇਹ ਗ੍ਰੰਥ ਸੰਪੂਰਨ ਕੀਤਾ ਤਾਂ ਸੁਧਾਈ ਲਈ ਅੰਮ੍ਰਿਤਸਰ ਵਿੱਚ ਭਾਈ ਗੁਰਮੁਖ ਸਿੰਘ ਕੋਲ ਭੇਜ ਦਿੱਤਾ। ਭਾਈ ਸੰਤੋਖ ਸਿੰਘ ਗਿਆਨੀ ਗੁਰਮੁਖ ਸਿੰਘ ਕੋਲ ਪੜ੍ਹੇ ਵੀ ਸਨ। ਗਿਆਨੀ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਅਸਲੀ ਖਰੜਾ ਗੁੰਮ ਕਰ ਦਿੱਤਾ ਅਤੇ ਭਾਈ ਸੰਤੋਖ ਸਿੰਘ ਦੇ ਜਿਉਂਦੇ ਜੀ ਛਪਣ ਨਾ ਦਿੱਤਾ। ਬਾਅਦ ਵਿੱਚ ਕੈਂਥਲ ਨਰੇਸ਼ ਉਦੇ ਸਿੰਘ ਨੇ ਕੱਚੀਆਂ ਲਿਖਤਾਂ ਦੇ ਆਧਾਰ ਤੇ ਜੋ ਉੱਥੇ ਪਈਆਂ ਸਨ ਮੁੜ ਮੌਜੂਦਾ ਗ੍ਰੰਥ ਸੰਪੂਰਨ ਕੀਤਾ। ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਲਿਖਦੇ ਨੇ
ਕਿ ਚਾਤਰ ਬ੍ਰਾਹਮਣਾਂ ਨੇ ਥਾਂ ਪੁਰ ਥਾਂ ਆਪਣੇ ਮਤਲਬ ਦੇ ਪ੍ਰਸੰਗ ਅਤੇ ਛੰਦ ਜੜ ਦਿੱਤੇ, ਜੋ ਬਾਅਦ ਵਿੱਚ ਉਸੇ ਤਰ੍ਹਾਂ ਛਪ ਗਏ। ਨਾਮ ਸਦਾ ਸੁਖਦਾਈ ਹਰਿ ਕੋ ਨਾਮ। ਪਿੰਡ ਧੌਲਾ ਨਾਭਾ ਰਿਆਸਤ ਦਾ ਅਹਿਮ ਪਿੰਡ ਰਿਹਾ ਹੈ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਧੌਲਾ ਪਿੰਡ ਦੇ ਗੁਰਦੁਆਰਾ ਸੋਹੀਆਣਾ ਸਾਹਿਬ ਦਾ ਜ਼ਿਕਰ ਤਾਂ ਕੀਤਾ ਹੈ, ਪਰ ਕਿਤੇ ਵੀ ਅੜੀਸਰ ਦਾ ਜ਼ਿਕਰ ਨਹੀਂ ਕੀਤਾ। ਇਸ ਦਾ ਕਾਰਨ ਹੈ ਕਿ ਭਾਈ ਕਾਨ ਸਿੰਘ ਨੇ ਮਹਾਨ ਕੋਸ਼ 1926 ਵਿੱਚ ਸੰਪੂਰਨ ਕੀਤਾ ਸੀ। ਉਦੋਂ ਤੱਕ ਗੁਰਦੁਆਰਾ ਅੜੀਸਰ ਸਾਹਿਬ ਹੈ ਹੀ ਨਹੀਂ ਸੀ। ਹਰਿ ਕੋ ਆਓ ਹੁਣ ਦੇਖਦੇ ਹਾਂ ਕਿ ਗੁਰਦੁਆਰਾ ਅੜੀਸਰ ਸਾਹਿਬ ਬਣਿਆ ਕਿਵੇਂ। ਹਰਿ ਕੋ ਜਿੱਥੇ ਅੱਜ ਕੱਲ੍ਹ ਇਹ ਗੁਰਦੁਆਰਾ ਅੜੀਸਰ ਸਾਹਿਬ ਬਣਿਆ ਹੋਇਆ ਹੈ, 1920 ਤੋਂ ਪਹਿਲਾਂ ਇੱਥੇ ਬੇਆਬਾਦ ਥਾਂ ਪਈ ਸੀ, ਜਿਸ ਨੂੰ ਗਿੱਦੜੀ ਵਾਲਾ ਬੰਨਾ ਆਖਿਆ ਜਾਂਦਾ ਸੀ। ਇੱਥੇ ਇੱਕ ਪਾਣੀ ਦੀ ਛੱਪੜੀ ਵੀ ਸੀ, ਜਿਸ ਨੂੰ ਗਿੱਦੜੀ ਵਾਲੀ ਢਾਬ ਕਹਿੰਦੇ ਸਨ। ਆਲੇ ਦੁਆਲੇ ਰੇਤ ਦੇ ਵੱਡੇ ਵੱਡੇ ਟਿੱਬੇ ਸਨ, ਜਿਨ੍ਹਾਂ ਵਿੱਚੋਂ ਦੀ ਕੱਚਾ ਰਸਤਾ ਪਿੰਡ ਧੌਲਾ ਤੋਂ ਹੰਡਿਆਇਆ ਨੂੰ ਜਾਂਦਾ ਸੀ। ਇਸੇ ਜਗ੍ਹਾ ਤੇ ਹੀ ਗੁਰਦੁਆਰਾ ਅੜੀਸਰ ਸਾਹਿਬ ਅੱਜ ਤੋਂ ਕੋਈ 100 ਵਰ੍ਹੇ ਪਹਿਲਾਂ ਮਹੰਤ ਭਗਤ ਸਿੰਘ ਨੇ ਆਬਾਦ ਕੀਤਾ। ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰਿ ਕੋ ਨਾਮ। ਮਹੰਤ ਭਗਤ ਸਿੰਘ ਪਿੰਡ ਭਦੌੜ ਤੋਂ ਤਰਖਾਣਾ ਦਾ ਮੁੰਡਾ ਸੀ। ਇਹ ਕੂਕਾ ਸਿੱਖ ਸੀ, ਜਿਹੜਾ ਕਿ ਗੁਰਦੁਆਰਾ ਕੱਚਾ ਗੁਰੂਸਰ ਵਿਖੇ ਸੇਵਾ ਕਰਦਾ ਸੀ। ਇਸ ਨੂੰ ਸੰਨ 1920 ਦੇ ਨੇੜੇ ਤੇੜੇ ਹੰਡਿਆਇਆ ਗੁਰੂ ਘਰ ਦੀ ਸੇਵਾ ਤੋਂ ਹਟਾ ਦਿੱਤਾ ਗਿਆ। ਉਸ ਵੇਲੇ ਇਸ ਦੀ ਉਮਰ ਕਰੀਬ 60-65 ਸਾਲ ਸੀ। ਭਗਤ ਸਿੰਘ ਪਿੰਡ ਧੌਲਾ ਤੇ ਹੰਡਿਆਇਆ ਦੀ ਸਾਂਝੀ ਜੂਹ ਤੇ ਖਾਲੀ ਪਈ ਥਾਂ ਤੇ ਆ ਕੇ ਬੈਠ ਗਿਆ। ਇੱਕ ਛੱਪਰੀ ਪਾ ਲਈ ਅਤੇ ਆਪ ਹੀ ਇੱਕ ਛੋਟੀ ਜਿਹੀ ਖੂਹੀ ਪੁੱਟ ਲਈ, ਜਿਸ ਦਾ ਇਹ ਪਾਣੀ ਵਰਤਦਾ ਸੀ। ਹਰਿ ਕੋ ਇਹ ਥਾਂ ਪਿੰਡ ਧੌਲਾ ਤੇ ਹੰਡਿਆਇਆ ਪਿੰਡਾਂ ਦੇ ਡਾਂਗਰੀ ਇੱਥੇ ਆਪਣੀਆਂ ਮੱਝਾਂ ਚਾਰਨ ਲਈ ਲਿਆਉਂਦੇ ਹੁੰਦੇ ਸਨ। ਇੱਕ ਦਿਨ ਪਾਲੀਆਂ ਨੇ ਦੇਖਿਆ ਕਿ ਗਿੱਦੜੀ ਵਾਲੇ ਟੋਭੇ ਤੇ ਕੋਈ ਆਦਮੀ ਭੁੱਖਣ ਭਾਣਾ ਬੈਠਾ ਏ। ਪਾਲੀ ਉਸ ਨੂੰ ਰੋਟੀ ਦੇ ਦਿੰਦੇ। ਹੌਲੀ ਹੌਲੀ ਪਿੰਡ ਤੋਂ ਉਸ ਦੀ ਸਪੈਸ਼ਲ ਰੋਟੀ ਜਾਣ ਲੱਗ ਪਈ। ਭਗਤ ਸਿੰਘ ਨੇ ਕੱਚੀਆਂ ਇੱਟਾਂ ਕੱਢ ਕੇ ਇੱਕ ਮੰਜੀ ਸਾਹਿਬ ਬਣਾ ਲਿਆ ਤੇ ਬਾਂਸ ਗੱਡ ਕੇ ਨਿਸ਼ਾਨ ਸਾਹਿਬ ਲਾ ਦਿੱਤਾ। ਇਸ ਤਰ੍ਹਾਂ ਗੁਰਦੁਆਰਾ ਅੜੀਸਰ ਦੀ ਨੀਂਹ ਰੱਖੀ ਗਈ। ਗੁਰਦੁਆਰਾ ਅੜੀਸਰ ਸਾਹਿਬ ਬਾਰੇ ਸਾਨੂੰ ਦੱਸੋ ਵੀ ਉਹ ਪਹਿਲਾਂ ਸ਼ੁਰੂਆਤ ਦੇ ਵਿੱਚੋਂ ਕਿਹੋ ਜਿਹਾ ਸੀ, ਉੱਥੇ ਕਿਹੋ ਜਿਹੀ ਥਾਂ ਸੀਗੀ ਪਹਿਲਾਂ ਸਾਰੀ ਉਹ ਜੀ ਉੱਥੇ ਬੰਨਾ ਪਿਆ ਸੀ। ਅੱਛਾ, ਬੰਨਾ ਟੋਭਾ ਵੀ ਸੀਗਾ। ਕਿਹੜਾ ਟੋਭਾ? ਕੀ ਟੋਭਾ ਜੀ ਗਿੱਦੜੀ ਵਾਲਾ ਸੀ। ਗਿੱਦੜੀ ਵਾਲਾ ਟੋਭਾ ਕਹਿੰਦੇ ਸੀ। ਗਿੱਦੜੀ ਦਾ ਟੋਭਾ ਸੀ। ਹਾਂ, ਜਦੋਂ ਸ਼ੁਰੂ ਦੇ ਵਿੱਚ ਤੁਸੀਂ ਇਹ ਜਗ੍ਹਾ ਦੇਖੀ, ਉਦੋਂ ਇਹ ਜਗ੍ਹਾ ਕਿਹੋ ਜਿਹੀ ਸੀਗੀ? ਉਦੋਂ ਜੀ ਮੈਂ ਮਈਆਂ ਚਾਰਦਾ ਹੁੰਦਾ, ਹਾਂ। ਕੋਈ ਹੁਣ 10 ਸਾਲ ਦਾ, ਅੱਛਾ ਜੀ। ਤੇ ਮੈਂ ਹਿੱਸਾ ਚਾਰ ਜਿਹੜਾ ਅਸੀਂ ਭਾਗ ਗਿਆ ਦੱਸਣ ਗਾ ਕਿ ਆਹ ਨਹੀਂ ਗੁਰਦੁਆਰਾ ਆਬਾਦ ਹੋ ਗਿਆ। ਹਾਂ, ਉੱਥੇ 2 ਕੋਠੇ ਸੀ ਛੋਟੇ ਛੋਟੇ, ਅੱਛਾ, ਆਮ ਜੰਡਾਂ ਕਰੀਰਾਂ ਦੇ ਵੱਢ ਕੇ ਨਾ ਸਤੀਰ ਤੇ ਹਾਂ, ਕੜੀਆਂ, ਕੱਚੇ ਕੋਠੇ, ਬਿਲਕੁਲ ਕੱਚੇ ਸੀ। ਹਾਂ, ਬਿਲਕੁਲ ਕੱਚੇ ਸੀ ਵੀ ਛੋਟੀ ਛੋਟੀ, ਕੋਈ 2-2 ਮੰਜਿਆਂ ਦੇ ਹਾਂ, 2 ਕੋਠੇ, ਹੋਰ ਕੋਈ ਚੀਜ਼ ਨਹੀਂ ਸੀ। ਅੱਛਾ ਜੀ। ਉਹ 2 ਸਿੰਘ ਬੈਠੇ ਸੀ, ਹਾਂ, ਭਗਤ ਸਿੰਘ ਵੀ ਸੀਗੇ ਉੱਥੇ। ਅੱਛਾ ਜੀ। ਫਿਰ ਮੈਂ ਦੇਖ ਕੇ ਆਇਆ ਵੀ ਆਬਾਦ ਕਿਵੇਂ ਕਹਿੰਦੇ, ਤੇ ਫਿਰ ਉਹ ਪਈ ਉਹਨੂੰ ਪਾਣੀ ਤਾਂ ਨਹੀਂ ਪੀਤਾ। ਹਾਂ, ਫਿਰ ਉਹੀ ਧੌਲੇ ਕੋਲ 2 ਘੁਬਾਟ ਹਾਂ, ਬਣਾਇਆ ਛੋਟਾ ਜਿਹਾ ਅੱਛਾ ਜੀ। ਦਰਬਾਰ ਸਾਹਿਬ ਵਾਸਤੇ, ਹਾਂ, 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 ਗ੍ਰੰਥ ਸਾਹਿਬ ਵਾਸਤੇ ਮੰਜੀ ਸਾਹਿਬ ਬਣਾਇਆ ਛੋਟਾ ਜਿਹਾ। ਅੱਛਾ ਜੀ। ਇਹ ਬੜੀ ਇੱਥੋਂ ਸਾਡੇ ਪਿੰਡ 'ਚ ਆਉਂਦਾ ਹੈ, ਇੰਨੇ ਮੈਂ ਵੀ ਗੱਭਰੂ ਹੋ ਗਿਆ, ਉਹ ਵੀ ਹੋ ਗਿਆ ਹੋਰ 60-65-70 ਸਾਲ ਦਾ। ਅੱਛਾ ਜੀ। ਅਸੀਂ ਫਿਰ ਜੋ ਪਿੰਡ 'ਚ ਆਉਂਦਾ ਉਹ ਕਹਿੰਦਾ ਭਾਈ ਜਿਹਦੇ ਕੋਲ ਗੱਡੇ ਵੜ ਗੱਡੀ ਸੀ ਉਦੋਂ ਟਰੈਕਟਰ ਦਾ ਹਲ ਨਹੀਂ ਸੀ, ਹਾਂਜੀ, ਵੀ ਗੱਡਾ ਵੜ ਲਿਓ ਭਾਈ, ਇੱਟਾਂ ਲਿਆਉਣੀਆਂ ਨੇ, ਹਾਂਜੀ, ਤੇ ਰਾਹ ਵੀ ਕੋਈ ਨਹੀਂ ਸੀ ਉਦੋਂ। ਹਾਂਜੀ, ਹੁਣ ਤਾਂ ਸੜਕ ਬਣ ਗਈ, ਹਾਂ। ਉਹਦੇ ਟੁੱਬਿਆਂ ਦਾ ਰਾਹ ਹੁੰਦਾ। ਅੱਛਾ ਜੀ। ਕਿਸੇ ਸਾਲ ਉਹ ਫਿਰ ਅਗਰਾਹੀ ਹੁੰਦਾ 6 ਮਹੀਨੇ, ਹਾਂਜੀ, ਜਿਹੀ ਜਿਹੀ ਹੁੰਦੀ ਸਿੱਖ ਸਿੰਘ ਹਾਂ। ਥੋੜੀ ਸੀ, ਉਹ ਤਾਂ ਜ਼ਬਾਨਾ ਮੰਨਦਾ ਸੀ। ਹਾਂਜੀ, ਉਹ ਜੀ ਫਿਰ ਅਸੀਂ ਗੱਡੇ ਲੈ ਕੇ ਜਾਂਦੇ ਰਹੇ। ਹੂੰ, ਕਦੇ ਕਿਸੇ ਦਾ ਬਲਦ ਲੈ ਲਿਆ, ਕਿਸੇ ਦਾ ਉੱਠ ਲੈ ਲਿਆ, ਹਾਂ। ਗੱਡਾ ਮੰਗ ਲਿਆ, ਹਾਂ। ਕਦੇ 1000 ਇੱਟ ਆ ਗਈ, ਕਦੇ 500 ਆ ਗਈ, ਅੱਛਾ ਜੀ। ਜਿਹੀ ਪੈਦਾ ਹੁੰਦੀ ਰਹੀ ਸੰਗਤ ਦੀ ਧੌਲੇ ਪਿੰਡ ਤੋਂ ਜਾਂ ਢੇਈ ਚੋਂ, ਹਾਂਜੀ, ਉਸ ਢੇਈ ਨੇ ਵੀ ਹਿੱਸਾ ਪਾਇਆ ਇਹ 'ਚ, ਅੱਛਾ ਜੀ। ਤੇ ਧੌਲੇ ਨੇ ਵੀ ਪਾਇਆ। ਹਾਂ, ਰਲ ਮਿਲ ਕੇ ਜੀ ਫਿਰ ਉਹ ਮੰਜੀ ਸਾਹਿਬ ਬਣਾ ਲਿਆ। ਹਰਿ
ਮਹੰਤ ਭਗਤ ਸਿੰਘ ਵੱਲੋਂ ਕਈ ਸਾਲ ਸੇਵਾ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਹੰਤ ਦੀ ਯਾਦਗਾਰ ਅੱਜ ਵੀ ਗੁਰਦੁਆਰਾ ਅੜੀਸਰ ਸਾਹਿਬ ਵਿੱਚ ਬਣੀ ਹੋਈ ਹੈ। ਭਗਤ ਸਿੰਘ ਤੋਂ ਬਾਅਦ ਫਿਰ ਇੱਥੇ ਕਿਹਨੇ ਸੇਵਾ ਕੀਤੀ ਜੀ? ਇਹ ਸੇਵਾ ਬਖਤੌਰ ਸਿੰਘ ਸੀਗਾ ਉਹ। ਠੀਕ ਉਹਨੇ ਕੀਤੀ 5-7 ਵਾਰੀ ਸੇਵਾ। ਹਾਂ। ਭਗਤ ਸਿੰਘ ਤੋਂ ਬਾਅਦ ਲੋਕਾਂ ਨੇ ਪਿੰਡ ਉਪਲੀ ਦੇ ਗੁਰਸਿੱਖ ਬਖਤੌਰ ਸਿੰਘ ਨੂੰ ਮਹੰਤ ਥਾਪ ਦਿੱਤਾ, ਜਿਸ ਨੇ 7-8 ਸਾਲ ਮਹੰਤ ਦੇ ਰੂਪ ਵਿੱਚ ਗੁਰੂ ਘਰ ਦੀ ਸੇਵਾ ਕੀਤੀ। ਬਖਤੌਰ ਸਿੰਘ ਦੀ ਮੌਤ ਤੋਂ ਬਾਅਦ ਇਸ ਗੁਰੂ ਘਰ ਦੇ ਪਹਿਲੇ ਮਹੰਤ ਭਗਤ ਸਿੰਘ ਦੀ ਰਿਸ਼ਤੇਦਾਰੀ ਵਿੱਚੋਂ ਬਾਬਾ ਲਾਲ ਸਿੰਘ ਨੂੰ ਗੁਰੂ ਘਰ ਦਾ ਮਹੰਤ ਥਾਪ ਦਿੱਤਾ ਗਿਆ। ਬਾਬਾ ਲਾਲ ਸਿੰਘ ਨੇ ਬਹੁਤ ਸਿਰੜ ਅਤੇ ਸਿਦਕ ਦਿਲੀ ਨਾਲ ਗੁਰੂ ਘਰ ਦੀ ਸੇਵਾ ਕੀਤੀ। ਇਸ ਨੇ ਆਪਣੇ ਹੱਥੀਂ ਚੱਕੀ ਵਿੱਚ ਰੋੜ ਪੀ ਕੇ ਚੂਨਾ ਤਿਆਰ ਕੀਤਾ ਤੇ ਆਪ ਹੀ ਇੱਟਾਂ ਬਣਾਈਆਂ। ਇਸ ਨੇ 15x15 ਦਾ ਇੱਕ ਪੱਕਾ ਮੰਜੀ ਸਾਹਿਬ ਤਿਆਰ ਕੀਤਾ। ਪਿੰਡ ਧੌਲਾ ਅਤੇ ਹੰਡਿਆਇਆ ਤੋਂ ਉਗਰਾਹੀ ਇਕੱਠੀ ਕਰਕੇ ਵਿਸ਼ਾਲ ਗੁਰੂ ਘਰ ਤਿਆਰ ਕਰਵਾਇਆ। ਉਹਨਾਂ ਤੋਂ ਬਾਅਦ ਲਾਲ ਸਿੰਘ ਆਇਆ ਜੀ। ਅੱਛਾ ਜੀ। ਲਾਲ ਸਿੰਘ ਨੇ ਸੇਵਾ ਕੀਤੀ ਬਹੁਤ ਵਾਲੀ। ਹਾਂ। ਉਹ ਫਿਰ ਚੱਕੀ ਪੀ ਕੇ ਨਾ ਚੱਕੀ ਨਾਲ ਹਾਂ। ਰੋੜੀ ਹੂੰ। ਕੁੱਟ ਕੇ ਨਿਕਲੀ ਕਰਕੇ ਹਾਂ। ਉਹ ਫਿਰ ਚੱਕੀ ਨਾਲ ਪੀਂਦੇ ਰਹੇ। ਅੱਛਾ ਜੀ। ਉਹਦਾ ਫਿਰ ਉਹ ਬਣਾਉਂਦਾ ਹੈ ਕਲੀ ਤੇ ਉਹ ਬਣਾ ਕੇ ਸੋਰਾ, ਹਾਂ। ਉਹਦੀਆਂ ਡਾਟਾਂ ਵਾਲੀਆਂ ਹੋਰ ਕਮਰੇ ਕੇ ਤਿਆਰ ਕੀਤੇ। ਹਾਂ। ਉਹਨੇ ਸੇਵਾ ਕੀਤੀ 20-30 ਸਾਲ। ਅੱਛਾ। ਬਹੁਤ ਤਕੜੀ। ਹਾਂ। ਉਹਦੇ ਕੋਲੇ ਜੋ ਘਰ ਦੀ ਜ਼ਮੀਨ ਸੀ ਪਿੱਛੇ ਹਾਂ। ਕਿੱਲਾ 2 ਕਿੱਲੇ, ਉਹਨੇ ਪੈਦਾ ਵੀ ਆ ਕੇ ਇੱਥੇ ਲਾਉਂਦਾ ਹੈ। ਅੱਛਾ ਜੀ। ਇਹ ਗੱਲ ਸਾਡੀ ਦੇਖਣ ਦੀ ਹੈ। ਲਾਲ ਸਿੰਘ। ਲਾਲ ਸਿੰਘ। ਅੱਛਾ ਜੀ। ਹਾਂ। ਇਹ ਆਪ ਹੀ ਉਹਨੇ ਰੋਡ ਪਹਿਲਾਂ ਪੀ ਕੇ ਉਹ ਸੀਮੈਂਟ ਉਹਨੇ ਬਣਾਉਣਾ। ਪਹਿਲਾਂ ਨਿੱਕੀ ਨਿੱਕੀ ਰੋਟੀ ਕਰਨੀ, ਹਾਂ। ਉਹ ਫਿਰ ਚੱਕੀ ਤੇ ਪੀਣੀ, ਹਾਂ। ਉਹਦੇ ਵਿੱਚ ਕਲੀ ਪਾਉਣੀ, ਉਹਦੇ ਫਿਰ ਡਾਟਾ ਪਾ ਕੇ ਉਹ ਹਾਂ। ਲਾਈਆਂ ਛੋਟੀ ਛੋਟੀਆਂ 3-4 ਲਾ ਕੇ ਫਿਰ ਕਮਰੇ ਤਿਆਰ। ਰੱਬ ਦੀ ਮਰਜ਼ੀ ਕਹਿ ਲਓ ਕਿ ਬਾਬਾ ਲਾਲ ਸਿੰਘ ਦੀ ਮੌਤ ਅਤ ਦੁਖਦਾਈ ਹਾਲਤਾਂ ਵਿੱਚ ਹੋਈ। ਉਸ ਨੂੰ ਬਿਮਾਰੀਆਂ ਨੇ ਘੇਰ ਲਿਆ। ਕਲੇਸ਼ ਕਰਕੇ ਅੰਤ ਵੇਲੇ ਉਸ ਨੂੰ ਗੁਰਦੁਆਰਾ ਅੜੀਸਰ ਵੀ ਛੱਡਣਾ ਪਿਆ। ਬਾਬਾ ਪਿੰਡ ਧੌਲਾ ਦੇ ਗੁਰਦੁਆਰਾ ਗੁਰੂ ਕਾ ਬਾਗ ਵਿੱਚ ਆ ਗਿਆ, ਜਿੱਥੇ ਇਸ ਦੀ ਕਈ ਮਹੀਨੇ ਬਾਅਦ ਮੌਤ ਹੋ ਗਈ। ਬਾਬਾ ਲਾਲ ਸਿੰਘ ਤੋਂ ਬਾਅਦ ਕੋਠੇ ਚੁੰਗ ਦੇ ਇੱਕ ਛੋਟੀ ਉਮਰ ਦੇ ਮੁੰਡੇ ਭਰਪੂਰ ਸਿੰਘ ਨੂੰ ਗੁਰੂ ਘਰ ਦਾ ਮਹੰਤ ਥਾਪ ਦਿੱਤਾ ਗਿਆ। ਭਰਪੂਰ ਸਿੰਘ ਬਾਬਾ ਲਾਲ ਸਿੰਘ ਵੇਲੇ ਤੋਂ ਹੀ ਗੁਰੂ ਘਰ ਦਾ ਪ੍ਰੇਮੀ ਸਿੱਖ ਸੀ ਅਤੇ ਇੱਥੇ ਹੀ ਰਹਿੰਦਾ ਰਿਹਾ ਸੀ। 25 ਅਪ੍ਰੈਲ 2014 ਨੂੰ ਭਰਪੂਰ ਸਿੰਘ ਦੀ ਵੀ ਅੱਗ ਲੱਗਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਗੁਰੂ ਘਰ ਦੀ ਸੇਵਾ ਪਿੰਡ ਧੌਲਾ ਦੇ ਬਾਬਾ ਰਾਮ ਸਿੰਘ ਨੂੰ ਦੇ ਦਿੱਤੀ ਗਈ। ਮਹੰਤ ਰਾਮ ਸਿੰਘ ਨੂੰ ਵੀ ਜੂਨ 2020 ਵਿੱਚ ਗੈਰ ਇਖਲਾਕੀ ਦੋਸ਼ਾਂ ਅਧੀਨ ਗੁਰੂ ਘਰ ਦੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ। 24 ਦਸੰਬਰ 1997 ਨੂੰ ਇਸ ਗੁਰੂ ਘਰ ਦੀ ਇਮਾਰਤ ਦੀ ਪੁਨਰ ਉਸਾਰੀ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਅਤੇ ਬਾਬਾ ਕਰਨੈਲ ਸਿੰਘ ਨੂੰ ਦੇ ਦਿੱਤੀ ਗਈ। ਮਹੰਤ ਰਾਮ ਸਿੰਘ ਵੇਲੇ ਤੋਂ ਰਹਿ ਰਹੇ ਕਾਰ ਸੇਵਾ ਵਾਲੇ ਬਾਬਾ ਬਾਬੂ ਸਿੰਘ ਇੱਥੇ ਪੱਕੇ ਤੌਰ ਤੇ ਪ੍ਰਬੰਧਕ ਬਣ ਗਏ। ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ।